ਸਾਧੂ ਗਏ ਕਿ ਅਸੀਂ ਹਾਂ ਗੁਰੂ ਨਾਨਕ। ਪਰ ਪ੍ਰੀਖਿਆ ਵਿੱਚੋਂ ਕੋਈ ਪਾਸ ਨਾ ਹੋਇਆ। ਤੇ ਜਗਤ ਦੇ ਮਾਲਕ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਘਣੇ ਜੰਗਲ ਵਿੱਚ ਬੈਠੇ ਨੇ, ਨੇਤਰ ਮੁੰਦੇ ਹੋਏ ਨੇ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ, ਸ਼ਿਵਨਾਭ ਰਾਜਾ ਬੜਾ ਬਹਿਬਲ ਹੋਇਆ, ਉਸਨੇ ਅੰਨ ਜਲ ਵੀ ਛੱਡ ਦਿੱਤਾ। ਦਰਸ਼ਨ ਦੀ ਬੜੀ ਅਵਲਾਖਾ ਹੈ ਉਸਦੀ। ਆਪਾਂ ਚੱਲਣਾ ਹੈ। ਸਤ ਵਚਨ ਕੀਤੇ ਭਾਈ ਮਰਦਾਨੇ ਨੇ, ਭਾਈ ਬਾਲੇ ਨੇ। ਨੇਤਰ ਮੀਚੇ, ਨੇਤਰ ਖੋਲ੍ਹੇ। ਜਗਤ ਦੇ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਬਾਗ ਵਿੱਚ ਉਤਰ ਗਏ ਜੋ ਬਾਗ ਸੁੱਕਾ ਪਿਆ ਸੀ। ਜਦੋਂ ਚਰਨ ਪਾਏ, ਉਸ ਬਾਗ ਵਿੱਚ ਹਰਿਆ ਭਰਿਆ ਹੋ ਗਿਆ। ਐਸਾ ਹਰਿਆ ਭਰਿਆ ਬਾਗ, ਮਾਲੀ ਵੀ ਅਚਰਜ ਹੋਇਆ, ਗੁਣ ਗਾਏ ਗੁਰਦੇਵ ਦੀ। ਬੜੀ ਉਸਤਤ ਕਰਨ ਲੱਗਾ ਸਤਿਗੁਰਾਂ ਦੀ। ਜਦੋਂ ਉਸਤਤ ਗੁਰਦੇਵ ਦੀ ਕੀਤੀ, ਰਾਜੇ ਤੱਕ ਖਬਰਾਂ ਪਹੁੰਚ ਗਈਆਂ। ਰਾਜੇ ਦਾ ਮਨ ਤਾਂ ਸੀ, ਪਰ ਫਿਰ ਵੀ ਸ਼ੰਕੇ ਸੀ ਮਨ ਵਿੱਚ, ਕਿਉਂਕਿ ਕਈ ਸਾਧੂ ਗਏ ਸਨ। ਰਾਜੇ ਨੇ ਸੁੰਦਰ ਦਾਸੀਆਂ ਨੂੰ ਭੇਜਿਆ, ਪ੍ਰੀਖਿਆ ਲੈਣ ਵਾਸਤੇ। ਸੁੰਦਰ ਦਾਸੀਆਂ ਮਨ ਮੋਹਣ ਵਾਲੀਆਂ, ਬੜੇ ਭੇਖ ਭੂਖਣ ਪਾ ਕੇ ਗਈਆਂ ਗੁਰਦੇਵ ਪਾਤਸ਼ਾਹ ਕੋਲ। ਪਰ ਜਗਤ ਦੇ ਮਾਲਕ ਮੋਹਤ ਨਾ ਹੋਏ। ਉਹਨਾਂ ਨੂੰ ਵੀ ਪਰਮੇਸ਼ਰ ਦੇ ਲੜ ਲਾ ਦਿੱਤਾ। ਉਹਨਾਂ ਦਾਸੀਆਂ ਰਾਣੀਆਂ ਨੂੰ ਵੀ ਤਾਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਪਰਮੇਸ਼ਰ ਪਤੀ ਦੀ ਪ੍ਰਾਪਤੀ ਦੇ ਵਾਸਤੇ ਤਿੰਨਾਂ ਦੇ ਬਹਾਨੇ ਕਰ ਸਤਿਗੁਰੂ ਪਾਤਸ਼ਾਹ ਨੇ ਪਾਵਨ ਉਪਦੇਸ਼ ਦਿੱਤਾ। ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ, ਰਵਾਬ ਵਜਾ ਬਾਣੀ ਆਈ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ। ਦਾਸੀਆਂ ਸਨਮੁਖ ਬੈਠੀਆਂ ਨੇ। ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰਨ ਕਰ ਰਹੇ ਨੇ। ਮਨ ਮੋਤੀ ਜੇ ਗਹਿਣਾ ਹੋਵੈ, ਪੌਣ ਹੋਵੈ ਸੂਤ ਧਾਰੀ। ਖਿਮਾ ਸਿੰਘਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਮਨ ਦਾ ਜੋ ਪਕੜਨਾ ਇਹ ਮੋਤੀ ਹੋ ਜਾਵੇ। ਸ਼ੁੱਧ ਮਨ ਹੋਵੇ, ਮਨ ਦਾ ਜੋ ਗ੍ਰਹਿਣ ਕਰਨਾ ਇਹੀ ਮੋਤੀ ਜੜਤ ਗਹਿਣਾ ਹੋਵੇ। ਜਿਵੇਂ ਗਹਿਣੇ ਜੜੇ ਹੋਏ ਨੇ ਮੋਤੀ, ਉਸ ਮਨ ਮੋਤੀ ਵਿੱਚ ਸਵਾਸ ਵੈਰਾਗ ਸੰਯੁਗਤ ਸੂਤਰ ਧਾਰਨ ਕੀਤਾ ਜਾਵੇ। ਸਵਾਸ ਸਵਾਸ ਮਨ ਕਰਕੇ ਭਜਨ ਕੀਤਾ ਜਾਵੇ, ਪਰਮੇਸ਼ਰ ਦਾ ਨਾਮ ਜਪਿਆ ਜਾਵੇ। ਸਰਬ ਭੂਤਾਂ ਪਰ ਖਿਮਾ ਕਰਨੀ, ਇਸ ਸ਼ਿੰਗਾਰ ਨੂੰ ਜਬ ਜਗਿਆਸੂ ਰੂਪ ਇਸਤਰੀ ਤਨ ਵਿੱਚ ਪਹਿਨੇਗੀ, ਤਬ ਲਾਲ ਦੀ ਪਿਆਰੀ ਕਾਮਣ ਲਾਲ ਨੂੰ ਰਮਣ ਕਰੇਗੀ। ਕਿ ਮਨ ਨੂੰ ਰੋਕ ਕੇ ਸਵਾਸ ਸਵਾਸ ਮਨ ਨਾਮ ਦੀ ਸਿਮਰਨ ਵਿੱਚ ਲਾ ਕੇ, ਸਰਬ ਭੂਤਾਂ ਪਰ ਦਇਆ ਕਰਨੇ ਕਰਕੇ ਜਗਿਆਸੂ ਰੂਪ ਇਸਤਰੀ ਵਾਹਿਗੁਰੂ ਸੇ ਭਾਈ ਅਭਿੰਨ ਹੋ ਜਾਂਦੀ ਹੈ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ। ਆਓ ਹੇ ਅਨੰਤ ਗੁਣਾਂ ਵਾਲੇ ਮੇਰੇ ਪਿਆਰੇ ਪਰਮੇਸ਼ਰ, ਮੈਂ ਤੇਰੇ ਜੋ ਤੇਰੇ ਵਿੱਚ ਗੁਣ ਨੇ ਸੋ ਅਵਰਾਂ ਵਿੱਚ ਉਹ ਗੁਣ ਨਹੀਂ। ਐਸਾ ਜਾਣ ਕੇ ਜਗਿਆਸੂ ਰੂਪ ਇਸਤਰੀ ਮੋਹਤ ਹੋ ਗਈ। ਕਰਕੇ ਪਤੀ ਪ੍ਰਸੰਨ ਹੋਵੇ। ਅਬ ਔਰ ਜਿਤਨੇ ਭੂਖਣ ਨੇ ਉਹਨੂੰ ਸਭ ਦੇ ਨਾਮ ਸਿਮਰਨ ਵਿੱਚ
ਗਣਾਉਂਦੇ ਹੋਏ ਸਤਿਗੁਰੂ ਸ਼ਿੰਗਾਰ ਦਿਖਾਉਂਦੇ ਨਹੀਂ ਕੈਸਾ ਸ਼ਿੰਗਾਰ ਹੈ। ਹਾਰ 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 ਕੰਠ ਲੈ ਪਹਿਰੈ, ਦਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚੇਤ ਤਰੇ। ਖਰ ਖਰ ਨਾਮ ਦਾ ਜਪ ਇਹੀ ਗੁਰੂ ਤੋਂ ਲੈ ਕੇ ਖਾਦ ਪਹਿਨੋ, ਜੋ ਨਾਮ ਜਪਣਾ ਖਾਦ ਹੈ। ਦਮੋਦਰ ਨਾਮ ਦਾ ਜਾਪ ਕਰਨਾ ਦੰਦਾਸਾ ਮਲ ਲੈ, ਕਰਤਾ ਨਾਮ ਦਾ ਜਾਪ ਕਰਨਾ ਹੱਥਾਂ ਵਿੱਚ ਕੰਗਣ ਪਹਿਨ ਲਓ। ਇਸ ਪ੍ਰਕਾਰ ਚਿੱਤ ਨੂੰ ਵਾਹਿਗੁਰੂ ਵਿੱਚ ਲਾਵੋ। ਮਧੂਸੂਦਨ ਕਰ ਮੁੰਦਰੀ ਪਹਿਰੈ, ਪਰਮੇਸ਼ਰ ਪਟ ਲਈ, ਧੀਰਜ ਧੜੀ ਬੰਧਾਵੈ ਕਾਮ, ਸ੍ਰੀ ਰੰਗ ਸੁਰਮਾ ਦੇ। ਮਧੂਸੂਦਨ ਨਾਮ ਦਾ ਜਾਪ ਹੀ ਹੱਥਾਂ ਵਿੱਚ ਅੰਗੂਠੀ ਪਹਿਰੋ, ਪਰਮੇਸ਼ਰ ਨਾਮ ਦਾ ਜਾਪ ਇਹੀ ਵਸਤਰ ਪਹਿਰੋ, ਧੀਰਜ ਦਾ ਧਾਰਨ ਕਰਨਾ ਇਹੀ ਪੱਟੀ ਗੁੰਦਾਵੇ। ਸ੍ਰੀ ਰੰਗ ਨਾਮ ਦਾ ਜਾਪ ਨੇਤਰਾਂ ਵਿੱਚ ਸੁਰਮਾ ਪਾਉਣਾ ਹੈ। ਮਨ ਮੰਦਰ ਜੇ ਦੀਪਕ ਜਾਲੈ, ਕਾਇਆ ਸੇਜ ਕਰੇ, ਗਿਆਨ ਰਾਓ ਜਬ ਸੇਜੈ ਆਵੈ, ਤਾਂ ਨਾਨਕ ਭੋਗ ਕਰੇ। ਪਾਤਸ਼ਾਹ ਫਰਮਾਉਂਦੇ ਨੇ ਅੰਤਿਸ਼ਕਣ ਮੰਦਰ ਦੇ ਵਿੱਚ ਵਿਵੇਕ ਰੂਪ ਦੀਪਕ ਜਲਾਇਆ ਜਾਵੇ। ਸਾਧਨਾ ਸੰਯੁਕਤ ਦੇਹੀ ਨੂੰ ਭਾਵ ਬੁੱਧੀ ਨੂੰ ਕਰਨਾ ਇਹੀ ਸਿੱਝਾ ਕਰਨੀ ਹੈ, ਸਾਧਨ ਕਰਨੇ ਨੇ। ਸਾਧਨ ਸੰਪੰਨ ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਉਸ ਨੂੰ ਆਖਿਆ ਜਿਸ ਦੇ ਸਵੱਛ ਨਿਰਮਲ ਕਰਮ ਨੇ, ਉਹ ਸਾਧ ਹੈ ਜੋ ਸਾਧਨਾ ਵਿੱਚ ਸੰਪੰਨ ਹੋਵੇ। ਜਬ ਇਸ ਪ੍ਰਕਾਰ ਸਭ ਸਮਾਨ ਹੋਵੇ, ਤਬ ਗਿਆਨ ਚੇਤਨ ਸਰੂਪ ਅਕਾਲ ਪੁਰਖ ਇਸ ਸਰੀਰ ਸਹਿਜਾਂ ਵਿੱਚ ਪ੍ਰਗਟ ਹੋ ਕੇ ਦਰਸ਼ਨ ਦਿੰਦਾ ਹੈ। ਤਬ ਜੀਵ ਬ੍ਰਹਮ ਸੁਖ ਨੂੰ ਭੋਗਦਾ ਹੈ, ਬ੍ਰਹਮਾਨੰਦ ਤਾਂ ਨਾਨਕ ਭੋਗ ਕਰੇ। ਫਿਰ ਭੋਗ ਪਰਮੇਸ਼ਰ ਨਾਲ ਇੱਕ ਹੋ ਜਾਂਦਾ ਹੈ, ਅਭੇਦ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਿਵਨਾਮ ਰਾਜਾ ਆਇਆ ਔਰ ਵੱਡੀਆਂ ਬਖਸ਼ੀਸ਼ਾਂ ਲਈਆਂ ਗੁਰਦੇਵ ਤੋਂ ਚਰਨ ਪਾਸੇ। ਮਹੱਲਾਂ ਵਿੱਚ ਲੈ ਕੇ ਗਿਆ, ਤਰਲੋਕੀ ਦੇ ਮਾਲਕ ਨੇ ਰਾਜੇ ਨੂੰ ਤਾਰਿਆ, ਗਲਵਕੜੀ ਵਿੱਚ ਲਿਆ। ਉੱਬਾਂ ਮਾਰ ਕੇ ਰਾਜਾ ਰੋ ਪਿਆ, ਵਿਰਾਗੀ ਸੀ ਕਿ ਸਤਿਗੁਰੂ ਬੜਾ ਚਿਰ ਲਾਇਆ ਦਰਸ਼ਨਾਂ ਨੂੰ, ਬੜਾ ਬਹਿਬਲ ਹੋਇਆ ਸੀ ਦਦਾਰਿਆਂ ਨੂੰ, ਕਿਉਂਕਿ ਜਗਤ ਦਾ ਮਾਲਕ ਬੜਾ ਦਿਆਲੂ ਕਿਰਪਾਲੂ। ਸਤਿਗੁਰਾਂ ਨੇ ਸ਼ਿਵਨਾਮ ਰਾਜੇ ਨੂੰ ਤਾਰਿਆ। ਕਈ ਦਿਨ ਗੁਰਦੇਵ ਰਾਜੇ ਪਾਸ ਰਹੇ ਔਰ ਬਖਸ਼ੀਸ਼ਾਂ ਕਰਦੇ, ਫਿਰ ਅੱਗੇ ਜਗਤ ਨੂੰ ਤਾਰਦੇ ਵਿਚਰਨ ਲੱਗੇ। ਆਸਾ ਮਹੱਲਾ ਪਹਿਲਾ, ਕੀਤਾ ਹੋਵੈ ਕਰੇ ਕਰਾਇਆ, ਤਿਸ ਕਿਆ ਕਹੀਐ ਭਾਈ, ਜੋ ਕਿਛ ਕਰਨਾ ਸੋ ਕਰ ਰਹਿਆ, ਕੀਤੇ ਕਿਆ ਚਤਰਾਈ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ, ਸਿਰਜਣਹਾਰ ਦਾਤਾਰ, ਪਾਵਨ ਉਪਦੇਸ਼ ਦਿੰਦੇ ਨੇ ਪਿਆਰਿਓ। ਕੀਤਾ ਹੋਵੈ ਕਰੇ ਕਰਾਇਆ, ਤਿਸ ਕਿਆ ਕਹੀਐ ਭਾਈ। ਇਹ ਸਭ ਦੇ ਭਾਵਨ ਵਾਲੇ ਪ੍ਰਮਾਤਮਾ, ਸਭ ਕੁਝ ਤੇਰਾ ਹੀ ਕੀਤਾ ਹੁੰਦਾ ਹੈ। ਜੋ ਕਰਮ ਤੂੰ ਜੀਵਾਂ ਤੋਂ ਕਰਾਉਣਾ ਚਾਹੁੰਦਾ ਹੈ, ਸੋਈ ਜੀਵ ਕਰਦੇ ਨੇ। ਅਬ ਤਿੰਨ ਜੀਵਾਂ ਨੂੰ ਕਿਆ ਦੋਸ਼ ਲਗਾਈਏ ਕਿ ਇਹ ਕੰਮ ਇਉਂ ਕਿਉਂ ਕੀਤਾ, ਇਉਂ ਕਿਉਂ ਨਾ ਕੀਤਾ, ਕਿਉਂਕਿ ਇਹ ਸੁਤੰਤਰਤਾ ਨਹੀਂ ਕਰ ਸਕਦੇ, ਕਿਉਂਕਿ ਜੀਵ ਸੁਤੰਤਰ ਨਹੀਂ ਹੈ। ਇਹ ਜੀਵ ਮਨੁੱਖ ਪਤੰਤਰ ਹੈ, ਪਰਿਪੂਰਨ ਪਰਮਾਤਮਾ ਦੇ ਅਧੀਨ ਗੁਲਾਮ ਮੰਨ ਲਈਏ, ਅਧੀਨ ਹੈ। ਜੋ
तुझने करना सी सो पहला ही से कर दिया। जो किश करना सो कर रहे आ कीते क्या चतुराई, जो कुछ करना तो पहला ही मेरे वाहे गुरु कर रहे हैं। इस कीते हुए की क्या चतुराई, अर्थात करे गए तो व्यर्थ है, क्योंकि स्वतंत्र नहीं है, पतंत्र है मनुख जीव। तेरा हुक्म भला तुद पावै, नानक ताको मिलै बड़ाई, साचे नाम समावै। ही मेरे परवरदिगार, जो तेनू भावे तेनू चंगा लगे, ਉਹੀ तेरा हुक्म सानू भला है। तेरी रजा विच प्रसन्न हाँ, तू मालिक है दीन दुनिया दा। हे सच्चे मेरे परवरदिगार नामी, जो तेरे विच समाउंदा वडियाई तां उसी नूं मिलदी है। किरत पाया परवाना लिखिया, बहुड़ हुक्म ना होई, जैसा लिखिया तैसा पढ़िया, मेट न सकै कोई। जो परवाना लिखिया गया, अब फिर कुछ नया हुक्म नहीं हुंदा। जो लिखिया गया, जैसा लिखिया तैसा पढ़िया, मेट न सकै कोई। उसी किरत में जी पिया है, जैसा लिखिया है तैसा ही मस्तक विच लेख पिया है, कोई मिटा नहीं सकता। लेख ना मिटी है सखी, जो लिखिया करतार ये सत है, मिटदा नहीं। पर गुरु नानक दा घर कैसा है, ये गुरु नानक दा घर बख्शीशां दा दर है। बाबा तेरे दर मुकद्दर से भी ज़्यादा मिलता है, हालांकि मुकद्दर भी तेरे दर से मिला है। क्योंकि गुरु नानक दे घर लेख लिखे जाते हैं। माड़ियां रखावां मिट जांदियां ने, चंगियां बन जांदियां ने। वे सतपुरुषां ने पावन वचन करने, सूली तो सूल बन के वो लंघ जाता है समा। कि सूली की सज़ा एक सूल कंडा ही बचिया, पर लेखता मेट सी मिटिया नहीं। पर गुरु नानक दे घरे आया ये बख्शीश मिलती है। वे सकेत मंडी का राजा हरी सैन आया सी, गुरु अर्जन देव महाराज जी की शरण विच जदों पावन उपदेश बचनां नूं सुनिया, बड़ी सेवा टहल करनी सी। कीती सेवा माया धन दी, पदार्थां दी। मन विच शंका पै गई कि लेख तां मिटनी नहीं। सतगुरु बख्शीशां दे दाते मालिक ने हुक्म दिता कि इत्थे रात गुजारो। राजा उत्थे ही रहा। रात नूं सुपना आया राजे नूं, कंडालां दे घर जन्म होया, बड़े दुख पाए। बच्चे बालक होए, सकत घाल के मृत्यु होए। दूजा दिन आया शिकार नूं, सतगुरां ने हुक्म दिता कि साडे नाल जाना है। राजा भी नाल चल पिया। घने जंगल विच राजा विछड़ गया। उत्थे पहुँच गया, कोई दूरी तो नगर सी। थक हार के बैठा है। नगर वालिया ने देखिया ये तो अमका पुरुष है, जो कल मृत्यु होया सी, कबर विच नपिया सी। ये राजियां वाले वस्त्र पहन के सारे संबंधी इकट्ठे हो गए, उसके बालक भी आ गए। बड़ा आश्चर्य होया, उसनूं लै गए सारे राजे दे दुआले। पर राजा कवे मैं तो राजा हाँ हरी सैन, कोई ना मन्ने। फिर जगत गुरु सतगुरां नूं याद कीता राजे ने, पातशाह इस विपता तो तुसी कढो।
ਪਾਤਸ਼ਾਹ ਅਤਕਾਲ ਪਹੁੰਚ ਗਏ। ਸਤਿਗੁਰੂ ਕਹਿਣ ਲੱਗੇ, ਭਾਈ ਜਿੱਥੇ ਤੁਸੀਂ ਕਬਰ ਵਿੱਚ ਉਹ ਮਨੁੱਖ ਨੂੰ ਨੱਪਿਆ ਹੈ, ਉੱਥੇ ਜਾ ਕੇ ਦੇਖੋ। ਕਬਰ ਪੁੱਟੀ, ਹਮ ਸ਼ਕਲ ਮਿਲਦੀ ਸੀ। ਇਹ ਰਾਜੇ ਦੀ ਬੰਦ ਖਲਾਸੀ ਹੋਈ ਉੱਥੋਂ। ਫਿਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਰਾਜਾ ਬੈਠਾ, ਵਿਚਾਰਾਂ ਹੋਈਆਂ। ਪਾਤਸ਼ਾਹ ਕਹਿਣ ਲੱਗੇ, ਰਾਜਨ ਤੇਰੇ ਮਨ ਵਿੱਚ ਸ਼ੰਕਾ ਸੀ, ਤੂੰ ਇਹ ਜਨਮ ਪਾਉਣੇ ਸੀ, ਇਹ ਦੁੱਖ ਪਾਉਣੇ ਸੀ, ਇਹ ਦੁੱਖ ਤੇਰੇ ਕੱਟੇ ਗਏ ਨੇ। ਇਹ ਗੁਰੂ ਨਾਨਕ ਦੇ ਘਰ ਦੀ ਇਹ ਬਖਸ਼ੀਸ਼ ਹੈ। ਲੇਖ ਮਿਟਦੇ ਨਹੀਂ, ਅਮੇਟ ਨੇ, ਪਰ ਉਹ ਮਾਲਕ ਵੱਡੇ ਦੁੱਖ ਨੂੰ ਛੋਟਾ ਕਰਕੇ ਕੱਢ ਦਿੰਦਾ ਹੈ। ਜੋ ਪ੍ਰਵਾਨਾ ਲਿਖਿਆ ਗਿਆ, ਅਬ ਫਿਰ ਕੁਛ ਨया ਹੁਕਮ ਨਹੀਂ ਹੁੰਦਾ। ਉਸੀ ਕਿਰਤ ਵਿੱਚ ਜੀਵ ਪਹਿ ਜਾਂਦਾ ਹੈ। ਜੈਸਾ ਲਿਖਿਆ ਤੈਸਾ ਹੀ ਮਸਤਕ ਵਿੱਚ ਲਿਖਿਆ ਪਿਆ, ਕੋਈ ਮਿਟਾ ਨਹੀਂ ਸਕਦਾ। ਕਿਰਤ ਪਿਆ ਪਰਵਾਨਾ ਲਿਖਿਆ, ਬਹੁੜ ਹੁਕਮ ਨਾ ਹੋਈ। ਜੈਸਾ ਲਿਖਿਆ ਤੈਸਾ ਪੜਿਆ, ਮੇਟ ਨਾ ਸਕੈ ਕੋਈ, ਕੋਈ ਮਿਟਾਵਣ ਵਾਲਾ ਨਹੀਂ। ਜੇ ਕੋ ਦਰਗਹਿ ਬਹੁਤਾ ਬੋਲੇ, ਨਾਉ ਪਵੈ ਬਾਜਾਰੀ। ਸਤਰੰਜ ਬਾਜੀ ਪੱਕੈ ਨਾਹੀ, ਕੱਚੀ ਆਵੈ ਸਾਰੀ। ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਿਕ, ਸਿਰਜਣਹਾਰ, ਦਾਤਾਰੇ ਪਾਵਨ ਬਚਨ ਕਹਿੰਦੇ ਨੇ, ਪਿਆਰਿਓ ਜੇ ਕੋਈ ਸਮਾਂ ਵਿੱਚ ਸਤਸੰਗ ਵਿੱਚ ਜਾ ਕੇ ਬਹੁਤਾ ਬੋਲਦਾ ਹੈ, ਹੁਕਮ ਨਹੀਂ ਮੰਨਦਾ, ਕਿਉਂਕਿ ਸੰਗਤ ਵਿੱਚ ਬੋਲਣਾ ਉਚਿਤ ਨਹੀਂ ਹੈ। ਵੱਡੇ ਪਾਪ ਦਾ ਉਹ ਭਾਗੀ ਹੁੰਦਾ ਜੋ ਸੰਗਤ ਵਿੱਚ ਬੈਠਾ ਬੋਲਦਾ ਹੈ। ਜੇ ਕੋ ਦਰਗਹਿ ਬਹੁਤਾ ਬੋਲੇ, ਨਾਉ ਪਵੈ ਬਾਜਾਰੀ। ਉਸ ਦਾ ਨਾਮ ਮਸ਼ਕਰਾ ਪੜਦਾ ਹੈ। ਸੰਸਾਰ ਵਿੱਚ ਇਸ ਦੀ ਬਾਜੀ ਪੱਕਦੀ ਨਹੀਂ। ਅੰਦਰਲੇ ਘਰ ਨਾਮ ਸੂਬ ਵਿੱਚ ਨਹੀਂ ਪ੍ਰਾਪਤ ਹੁੰਦਾ। ਨਰਦ ਕੱਚੀ ਪੈਂਦੀ, ਜੀਵ 84 ਵਿੱਚ ਫਿਰ ਭਰਮਦਾ ਰਹਿੰਦਾ ਹੈ। ਨਾ ਕੋ ਪੜਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ। ਬੰਦੀ ਅੰਦਰ ਸਿਵਤ ਕਰਾਏ, ਤਾਂ ਕੋ ਕਹੀਐ ਬੰਦਾ। ਨਾ ਕੋਈ ਪੜਿਆ ਹੋਇਆ ਪੰਡਤ, ਨਾ ਕੋਈ ਚਤਰ ਹੈ, ਨਾ ਕੋਈ ਮੂਰਖ ਮੰਦਾ ਕੀ ਹੈ। ਬੰਦਗੀ ਹੋਵੇ ਜਿਸ ਦੇ ਹਿਰਦੇ ਦੇ ਅੰਦਰ ਬਾਣੀ ਕਰਕੇ ਤੂੰ ਨਾਮ ਦੀ ਉਸਤਤ ਕਰਾਵੇਂ, ਤਿਸੀ ਨੂੰ ਤੇਰਾ ਦਾਸ ਕਹਿੰਦੇ ਨਹੀਂ। ਉਹ ਬੰਦਾ ਹੈ, ਬੰਦੇ ਬੰਦਗੀ ਅਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਤੂੰ ਬੰਦਗੀ ਕਰ, ਫਿਰ ਬਖਸ਼ੀਸ਼ਾਂ ਮਿਲਣਗੀਆਂ ਸੱਚੇ ਪਰਵਰਦਗਾਰ ਦੇ ਦਰ ਤੋਂ। ਆਸਾ ਮਹੱਲਾ ਪਹਿਲਾ। ਗੁਰ ਕਾ ਸ਼ਬਦ ਮਨੈ ਬਹਿ ਮੁੰਦਰਾ, ਖਿੰਥਾ ਖਿਮਾ ਹੰਡਾਵੋ। ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਭਰਤਰੀ ਜੋਗੀ ਦਾ ਮੇਲ ਹੋਇਆ। ਜੋ ਰਾਜਾ ਸੀ ਭਰਤਰੀ ਜੋਗੀ ਵੀ, ਜਿਸਨੇ ਰਾਜ ਭਾਗ ਤਿਆਗ ਦਿੱਤਾ ਸੀ, ਗੋਰਖਨਾਥ ਦਾ ਚੇਲਾ ਬਣ ਗਿਆ ਸੀ। ਭਰਤਰੀ ਜੋਗੀ ਨਾਲ ਮੇਲ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ। ਬੜੀਆਂ ਵਿਚਾਰਾਂ ਹੋਈਆਂ ਔਰ ਜੋਗ ਸਾਧਨ ਪੁੱਛਿਆ ਸਤਿਗੁਰਾਂ ਤੋਂ ਭਰਤਰੀ ਜੋਗੀ। ਇਸ ਪ੍ਰਤੀ ਸਤਿਗੁਰੂ ਅੰਤਰੀਵ ਯੋਗ ਸਾਧਨ ਦੱਸਣ ਲੱਗੇ, ਬਚਨ ਕਹਿਣ ਲੱਗੇ। ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰ ਕਾ ਸ਼ਬਦ ਮਨਹਿ ਮਹਿ ਮੁੰਦਰਾ, ਖਿੰਥਾ ਖਿਮਾ ਹੰਡਾਵੋ। ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਗੁਰੂ ਦਾ ਸ਼ਬਦ ਕੰਨਾਂ ਦੁਆਰਾ ਸਰਵਣ ਕਰਕੇ ਮਨ ਵਿੱਚ ਧਾਰਨ ਕੀਤਾ ਹੈ। ਗੁਰੂ ਦਾ ਸ਼ਬਦ ਇਹੀ ਮੁੰਦਰਾ ਪਹਿਨੀ ਹੈ।
ਖੇਮਾਂ ਦੀ ਗੋਦੜੀ ਪਹਿਨਦਾ ਖਾਂ, ਜੋ ਕੁਛ ਵਾਹਿਗੁਰੂ ਕਰਦਾ ਸੋ ਅੱਛਾ ਕਰਕੇ ਜਾਣਦਾ, ਕਿ ਚੰਗਾ ਕੀਤਾ ਜੋ ਮੇਰੇ ਵਾਹਿਗੁਰੂ ਨੇ ਕੀਤਾ। ਤਬ ਜੋ ਕਰਕੇ ਸਹਿਜ ਹੀ ਨਿਤ ਨੂੰ ਪਾ ਲੈਂਦੇ ਖਾਂ। ਬਾਬਾ ਜੁਗਤਾ ਜਿਉ ਜੁਗ ਹੈ ਜੁਗ ਜੋਗੀ, ਪਰਮ ਤੰਤ ਮਹਿ ਜੋਗੰ, ਅੰਮ੍ਰਿਤ ਨਾਮ ਨਰਿੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। हे ਬਾਬਾ ਭਤਰੀ ਜੀ, ਕਿਉਂਕਿ ਵਡੇਰੀ ਉਮਰ ਦੇ ਸਨ, ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ, ਆਪ ਨਿਰੰਕਾਰ ਦਾ ਸਰੂਪ। हे ਬਾਬਾ ਭਤਰੀ ਜੀ, ਜੋ ਜੀਵ ਜੁਗਾਂ ਜੁਗਾਂ ਦੀ ਸੰਸਾਰ ਜੁਗਤੀਆਂ ਵਿੱਚ ਜੁੜ ਰਿਹਾ ਸੀ, ਜੁਗਾਂ ਜੁਗਾਂ ਦੀ ਸੰਸਾਰ ਜੁਗਤੀਆਂ ਵਿੱਚ ਜੁੜ ਰਿਹਾ ਸੀ, ਸੋ ਪਰਮ ਤੱਤਵ ਅਕਾਲ ਪੁਰਖ ਵਿੱਚ ਜੁੜਿਆ ਹੈ, ਜੋਗਮ ਜੁੜਿਆ ਹੈ। ਨਿਰੰਜਨ ਦਾ ਨਾਮ ਅੰਮ੍ਰਿਤ ਮੈਂ ਪਾਇਆ, ਅਬ ਮੇਰੀ ਬੁੱਧੀ ਗਿਆਨ ਰਸ ਨੂੰ ਭੋਗਦੀ ਹੈ। ਸੇਵ ਨਗਰੀ ਮਹਿ ਆਸਣ ਬੈਸੋ, ਕਲਪ ਤਿਆਗੀ ਵਾਦਮ, ਸਿੰਘੀ ਸ਼ਬਦ ਸਦਾ ਧੁਨ ਸੋਹੈ, ਐਨਸ ਪੂਰੈ ਨਾਦਮ। ਸ਼ਾਂਤ ਕਲਪਨਾ ਰਹਿਤ ਬ੍ਰਹਮ ਰੂਪ ਨਗਰੀ ਵਿੱਚ ਸਥਿਤ ਹੋ ਕੇ ਬਹਿੰਦੇ ਹਾਂ। ਵਿਅਰਥ ਕਲਪਨਾ ਤਿਆਗ ਦਿੱਤੀ, ਜੋ ਗੁਰੂ ਦਾ ਸ਼ਬਦ ਇੱਕ ਰਸ ਜਪਣਾ, ਇਹੀ ਸੁਭਾਏਮਾਨ ਸਿੰਘੀ ਦੀ ਧੁਨੀ ਹੋ ਰਹੀ ਹੈ। ਜੋ ਰਾਤ ਦਿਨ ਮੇਰੇ ਵਾਹਿਗੁਰੂ ਨੂੰ ਪੂਰਨ ਹੋ ਰਿਹਾ ਜਾਣਿਆ, ਇਹੀ ਨਾਦ ਪੂਰਦੇ ਹਾਂ। ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਬੇਪੂਤੰ, ਖਾਦ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ। ਪਾਤਰ ਤੁੰਬਾ ਚਿੱਪੀ ਇਹ ਵਿਚਾਰਦਾ ਹੈ, ਵਰਤਮਾਨ ਇਹ ਜੋ ਪ੍ਰਪੰਚ ਜਿਸ ਨੂੰ ਨਾਸ ਰੂਪ ਜਾਣਿਆ, ਇਹੀ ਵਿਭੂਤ ਧਾਰਨ ਕੀਤੀ ਹੈ। ਖਰੀ ਦਾ ਕੀਰਤਨ ਜੋ ਕਰਦੇ ਹਾਂ, ਇਹੀ ਸਾਡੀ ਰਹੁ ਰੀਤ ਹੈ। ਜੋ ਗੁਰੂਦੁਆਰੇ ਸਭ ਤੋਂ ਅਸੰਗ ਹੋਏ ਹਾਂ, ਸੋ ਸਾਡਾ ਪੰਥ ਹੈ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਹੋ ਨਾਨਕ ਸੁਣ ਭਰਥ ਜੋਗੀ, ਪਾਰ ਬ੍ਰਹਮ ਲਿਵ ਏਕੰ। ਸਾਰੀ ਸ੍ਰਿਸ਼ਟੀ ਵਿੱਚ ਜੋ ਨਾਨਾ ਪ੍ਰਕਾਰ ਦੇ ਅਨੇਕ ਰੰਗ ਨੇ, ਜਿਸ ਵਿੱਚ ਇੱਕ ਜੋਤ ਸਮਾਈ ਹੋਈ ਜਾਣ ਲਏ, ਸੋ ਸਾਡੀ ਸਿੰਘਿਆ ਹੈ। ਪਾਤਸ਼ਾਹ ਕਹਿਣ ਲੱਗੇ, हे ਭਰਤਰੀ ਜੋਗੀ ਜੀ ਸੁਣੋ, ਅਬ ਏਕ ਬ੍ਰਹਮ ਜੋ ਸਾਡੀ ਲਿਵ ਲੱਗ ਰਹੀ ਹੈ, ਬ੍ਰਹਮ ਦੇ ਵਿੱਚ ਇਹੀ ਸਾਡਾ ਜੋਗ ਹੈ। ਬ੍ਰਹਮ ਦੇ ਵਿੱਚ ਜੁੜੇ ਹੋਏ ਹਾਂ। ਆਸਾ ਮਹੱਲਾ ਪਹਿਲਾ। ਭਰਤਰੀ ਨਾਥ ਜੋਗੀ ਨੇ ਕਿਹਾ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਸਹਿਜੋਗ ਤਾਂ ਆਪ ਨੇ ਸਤਿਗੁਰੂ ਠੀਕ ਬਿਆਨ ਕੀਤਾ ਹੈ, ਸਹੀ ਹੈ, ਪਰੰਤੂ ਮਦਰਾ ਦਾ ਪਿਆਲਾ ਪੀ ਕੇ ਬਿਰਤੀ ਬੜੀ ਚੰਗੀ ਲੱਗਦੀ ਹੈ। ਮਦਰਾ ਮਦ ਸ਼ਰਾਬ ਨੂੰ ਕਹਿੰਦੇ ਨੇ। ਸਤਿਗੁਰਾਂ ਨੂੰ ਕਹਿਣ ਲੱਗਾ, ਭਰਤਰੀ ਜੋਗੀ ਨਾਥ ਜੀ, ਸਤਿਗੁਰੂ ਜੋ ਆਪ ਨੇ ਸਹਿਜੋਗ ਤਾਂ ਠੀਕ ਕਿਹਾ, ਇਹ ਸਹੀ ਹੈ, ਤੁਹਾਡੇ ਬਚਨ ਅਸੀਂ ਮੰਨਦੇ ਹਾਂ, ਪਰੰਤੂ ਜੋ ਮਦ ਦਾ ਪਿਆਲਾ, ਮਦਰਾ ਸ਼ਰਾਬ ਦਾ ਪਿਆਲਾ ਪੀ ਕੇ ਬਿਰਤੀ ਬੜੀ ਚੰਗੀ ਲੱਗਦੀ ਹੈ, ਤੇ ਆਪ ਵੀ ਮਦਰਾ ਪਾਨ ਕਰੋ, ਪੀਵੋ, ਬੜਾ ਮਨ ਜੁੜੇਗਾ, ਬੜੀ ਬਿਰਤੀ ਲੱਗੇਗੀ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਬਚਨ ਕਹੇ ਭਰਤਰੀ ਜੋਗੀ ਜੀ ਨੂੰ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਣੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ,
इत रस अम्यो चुआईਐ। ਗਿਆਨ ਦਾ ਗੁੜ ਕਰੋ, ਧਿਆਨ ਰੂਪ ਧਾਵਿਆਂ ਨੂੰ ਫੁੱਲ ਕਰੋ। ਸ਼ੁਭ ਕਰਨੀ ਦਾ ਕਰਨਾ ਹੀ, ਬਬੂਲ ਦਾ ਸਕ ਭਾਵਨਾ ਕਰੋ। ਦੇਹ ਰੂਪੀ ਜੀਵਾਤਮਾ ਦਾ ਘਰ 14 ਭਵਨ ਨਾਸ ਰੂਪ ਜਾਣਣੇ, ਸੋ ਭੱਠੀ ਬਣਾ ਲਵੋ। ਭਗਤੀ ਦੇ ਆਕਾਰ ਜੋ ਬਿਲਤੀ ਹੈ, ਸੋ ਘੜੀ ਹੈ, ਤਿਸ ਪਰ ਪ੍ਰੇਮ ਦਾ ਪੋਚਾ ਫੇਰੋ। ਇਸ ਪ੍ਰਕਾਰ ਨਾਮ ਰਸ ਅੰਮ੍ਰਿਤ ਨੂੰ ਚੁਆਵਣਾ ਕਰੋ। ਬਾਬਾ ਮਨ ਮਤ ਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਐਹਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਬਾਬਾ ਮਨ ਮਤ ਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। हे ਭਰਤਰੀ ਜੋਗੀ ਜੀ, ਨਾਮ ਰਸ ਨੂੰ ਪਾਣ ਕਰਕੇ ਮਨ ਮਤ ਵਾਲਾ ਹੋ ਕੇ ਸਹਿਜ ਦੇ ਰੰਗ ਵਿੱਚ ਰਚ ਰਿਹਾ ਹੈ। ਨਾਮ ਦੀ ਖੁਮਾਰੀ ਐਸੀ ਚੜੀ ਹੈ, ਦਿਨ ਰਾਤ ਮਸਤ ਰਹਿੰਦੇ ਸਾਂ। ਸੀਤਾ ਮਦ ਪੀਂਦੇ ਹੋ, ਚੜ੍ਹਦੀ ਹੈ ਫਿਰ ਉਤਰਦੀ ਹੈ, ਫਿਰ ਪੀਂਦੇ ਹੋ। ਪਰ ਐਸੀ ਖੁਮਾਰੀ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹੀ ਦਿਨ ਰਾਤ। ਦਿਨ ਰਾਤ ਮਸਤ ਰਹਿੰਦੇ ਹਾਂ। ਐਸਾ ਮਨ ਮਤ ਵਾਲਾ ਹੋ ਕੇ ਸਹਿਜ ਦੇ ਰੰਗ ਵਿੱਚ ਰਚਿਆ ਹੈ ਭਰਤਰੀ ਜੀ। ਰਾਤ ਦਿਨ ਪ੍ਰੇਮ ਕਰਕੇ ਸਿਹਟ ਬਣੀ ਹੋਈ ਲਿਵ ਲੱਗ ਰਹੀ ਹੈ। ਅਨਾਹਦ ਬ੍ਰਹਮ ਨੂੰ ਗ੍ਰਹਿਣ ਕੀਤਾ ਹੈ। ਪੂਰਾ ਸਾਚ ਪਿਆਲਾ ਸਹਿਜ, ਤਿਸੇ ਪਿਆਏ ਜਾ ਕੋ ਨਦਰ ਕਰੇ। ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਸ਼ੂਸ਼ੈ ਭਾਉ ਧਰੇ। ਸੱਚਾ ਔਰ ਪੂਰਾ ਇਹ ਪਿਆਲਾ ਹੈ, ਜਿਸ ਪਰ ਪ੍ਰਮਾਤਮਾ ਕਿਰਪਾ ਨਦਰ ਕਰਦਾ, ਉਸਨੂੰ ਸਹਿਜ ਹੀ ਪਿਲਾਉਂਦਾ ਹੈ। ਉਹ ਗੁਰਮੁਖ ਇਸ ਨਾਮ ਰਸ ਅੰਮ੍ਰਿਤ ਦਾ ਵਪਾਰੀ ਹੋ ਜਾਂਦਾ ਹੈ। ਰੱਬ ਦੇ ਪਿਆਰੇ ਬਣਦੇ ਨੇ ਵਪਾਰੀ ਨਾਮ ਦੇ। ਕਿੰਨ ਹੀ ਬਣਦਿਆ ਕਾਂਸੀ ਤਾਂਬਾ, ਕਿੰਨ ਹੀ ਲੌਂਗ ਸੁਪਾਰੀ। ਸੰਤੋ ਬਣਦਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਉਹ ਵਣਜ ਨਾਮ ਦਾ ਕਰਦੇ ਨੇ, ਜਪਦੇ ਨੇ, ਜਪਾਉਂਦੇ ਨੇ। ਉਹ ਵਪਾਰੀ ਨੇ ਨਾਮ ਦੇ, ਰੱਬ ਦੇ ਜਨ ਗੁਰਮੁਖ ਸੰਤ ਫਕੀਰ ਭਗਤ। ਆਪ ਵੀ ਪਾਣ ਕਰਦੇ, ਅੱਗੇ ਜਗਿਆਸੂਆਂ ਗਾਹਕਾਂ ਨੂੰ ਵੀ ਪਾਣ ਕਰਾਉਣਾ। ਨੇ ਇਸ ਰਸ ਦਾ ਪਾਣ ਕੀਤਾ, ਸੋ ਤੁਸ਼ ਮੱਧਾਂ ਪਰ ਕਬ ਪ੍ਰੇਮ ਕਰੇਗੇ। ਤਾਂ ਤੁਸ਼ ਮੱਧ ਨੇ, ਚੜ੍ਹਦੇ ਨੇ ਫਿਰ ਲੈ ਜਾਂਦੇ ਨੇ। ਬੇਨਤੀ ਕੀਤੀ ਭਰਤਰੀ ਜੋਗੀ ਜੀ ਨੇ, ਹੱਥ ਜੋੜੇ ਕਹਿਣ ਲੱਗੇ, ਗਰੀਬ ਨਵਾਜ ਇਸ ਮੱਧਾਂ ਸੇ ਜੋ ਲਾਭ ਹੁੰਦਾ ਸੋ ਬਿਆਨ ਕਰੋ ਕਿ ਕੀ ਲਾਹਾ ਮਿਲਦਾ ਇਸ ਮੱਧ ਨਾਲ, ਜੋ ਤੁਸੀਂ ਬਿਆਨ ਕੀਤੀ ਹੈ। ਭਰਤਰੀ ਜੋਗੀ ਜੀ ਪੁੱਛਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਸਤਿਗੁਰੂ ਜੋ ਤੁਸੀਂ ਮੱਧ ਦਾ ਬਿਆਨ ਕੀਤੀ, ਇਸ ਤੋਂ ਲਾਹਾ ਤੇ ਲਾਭ ਕੀ ਮਿਲਦਾ ਹੈ। ਫਿਰ ਪਾਤਸ਼ਾਹ ਕਹਿਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਣ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠ ਕਰੈ ਕਿਆ। ਗੁਰੂ ਦੀ ਸਿੱਖਿਆ ਰੂਪ ਬਾਣੀ, ਰੂਪ ਅੰਮ੍ਰਿਤ ਪੀਵਣੇ ਦੇ ਸਮੇਂ ਹੀ ਪੁਰਖ ਪ੍ਰਮਾਣਿਕ ਹੋ ਜਾਂਦਾ ਹੈ। ਐਸੀ ਸਿੱਖਿਆ ਰੂਪ ਬਾਣੀ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ। ਉਹ ਪੀਂਦਿਆਂ ਹੀ ਗੁਰੂ ਦੀ ਸਿੱਖਿਆ ਰੂਪ ਬਾਣੀ ਅੰਮ੍ਰਿਤ ਰੂਪ ਨੂੰ ਪੀਣ ਦੇ ਸਮੇਂ ਹੀ ਪ੍ਰਵਾਨ ਹੋ ਜਾਂਦਾ ਹੈ।
ਹਿਰਦੇ ਵਿੱਚ ਸਤਸੰਗ ਦਾ, ਸਤਸੰਗ ਦੁਆਰੇ ਜੋ ਪਰਮੇਸ਼ਰ ਦੇ ਦਰਸ਼ਨ ਦਾ ਪ੍ਰੀਤਮ ਹੁੰਦਾ ਹੈ। ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠ ਕਰੈ ਕਿਆ। ਫਿਰ ਉਹ ਮੁਕਤ ਤੇ ਪੁਰਖ ਬੈਕੁੰਠ ਲੋਕ ਨੂੰ ਕੀ ਕਰੇਗਾ? ਉਹ ਨਿਰਵਾਸਾ ਹੁੰਦਾ ਕਿ ਕੋਈ ਇੱਛਾ ਨਹੀਂ ਕਰਦਾ ਮੁਕਤੀ ਤੇ ਬੈਕੁੰਠ ਦੀ। ਸਿਫਤੀ ਰਤਾ ਸਦ ਬੈਰਾਗੀ, ਜੁਐ ਜਨਮ ਨਾ ਹਾਰੈ। ਕਹੋ ਨਾਨਕ ਸੁਣ ਭਰਤ ਰ ਜੋਗੀ, ਕੀਵਾ ਅੰਮ੍ਰਿਤ ਧਾਰੈ। ਸੋ ਅਕਾਲ ਪੁਰਖ ਵਿੱਚ ਰਤਿਆ ਹੋਇਆ ਸਦਾ ਵਿਰਾਗਮਾਨ ਰਹਿੰਦਾ ਹੈ, ਮਨ ਬੈਰਾਗੀ ਹੈ। ਵਿਸ਼ੇ ਵਕਾਰ ਰੂਪ ਜੂਏ ਵਿੱਚ ਮਨੁੱਖ ਜਨਮ ਨੂੰ ਉਹ ਹਾਰਦਾ ਨਹੀਂ। ਉਸਨੂੰ ਪਤਾ ਹੈ ਇੱਕ ਵਾਰੀ ਮਿਲੀ ਹੈ, ਉਸ ਵਾਰੀ ਨੂੰ ਇੱਕ ਸਮਾਂ ਮਿਲ ਜਾਵੇ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਜੋ ਵਾਰੀ ਇੱਕ ਹੀ ਹੈ ਦੁਬਾਰਾ ਨਹੀਂ। ਉਹ ਮਨੁੱਖ ਆਪਣਾ ਸਾਰਾ ਬਲ ਲਾ ਦਿੰਦਾ ਹੈ ਕਿ ਇੱਕ ਵਾਰੀ ਹੈ, ਦੁਬਾਰਾ ਇਹ ਸਮਾਂ ਨਹੀਂ ਮਿਲਣਾ। ਇਹ ਮਨੁੱਖਾ ਜਨਮ ਦੀ ਵੀ ਇੱਕ ਵਾਰੀ ਹੈ, ਦੁਬਾਰਾ ਨਹੀਂ। 84 ਲੱਖ ਜੂਨੀਆਂ ਭੋਗ ਕੇ ਆਏ, ਫਿਰ ਦੁਬਾਰਾ ਇਹ ਜਨਮ ਦੀ ਵਾਰੀ ਨਹੀਂ ਮਿਲਦੀ। ਇੱਕ ਵਾਰੀ ਦਿੱਤੀ ਪਰਮੇਸ਼ਰ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇੱਕ ਵਾਰੀ ਦਿੱਤੀ ਹੈ। ਕਹੋ ਨਾਨਕ ਸੁਣ ਭਗਤ ਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਅਕਾਲ ਪੁਰਖ ਵਿੱਚ ਰਤਿਆ ਹੋਇਆ ਸਦਾ ਵਿਰਾਗਵਾਨ ਰਹਿੰਦਾ ਹੈ, ਵਿਰਾਗੀ। ਵਿਸ਼ੇ ਵਕਾਰ ਰੂਪ ਜੂਏ ਵਿੱਚ ਮਨੁੱਖਾ ਜਨਮ ਨੂੰ ਨਹੀਂ ਹਾਰਦਾ। ਵਿਸ਼ਿਆਂ ਵਿੱਚ ਆਸਕਤ ਨਹੀਂ ਹੁੰਦਾ। ਇਹ ਭਰਤਰੀ ਜੋਗੀ ਜੀ ਤੁਸੀਂ ਸੁਣੋ, ਅਸੀਂ ਉਸ ਅੰਮ੍ਰਿਤ ਧਾਰ ਵਿੱਚ ਮਸਤ ਹੋਏ ਹਾਂ, ਤੁਸੀਂ ਵੀ ਹੋਵੋ। ਤੁਸੀਂ ਕਹਿੰਦੇ ਹੋ ਸਾਡਾ ਮਨ ਡੋਲਦਾ ਹੈ, ਰਾਜ ਭਾਗ ਛੱਡ ਦਿੱਤੇ, ਪਰ ਮਨ ਫਿਰ ਵੀ ਡੋਲਦਾ ਹੈ। ਭਰਤਰੀ ਜੋਗੀ ਜੀ ਨੇ ਇਹ ਸੁੰਦਰ ਵੇਦਾਂਤ ਦੇ ਗ੍ਰੰਥ ਲਿਖੇ ਨੇ, ਵਿਰਾਗ ਸਤਕ ਆਦਿਕ ਲਿਖੇ ਨੇ। ਇਹਨਾਂ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਭਰਤਰੀ ਜੋਗੀ ਜੀ ਜਾ ਰਹੇ ਸਨ। ਸੂਰਜ ਚਮਕਿਆ, ਕਿਰਨਾਂ ਸੂਰਜ ਦੀਆਂ ਜੰਗਲ ਵਿੱਚ ਜਾ ਰਹੇ ਸਨ। ਕੀ ਤੱਕਿਆ, ਦੇਖਿਆ ਕੋਈ ਲਾਲ ਪਿਆ ਹੈ। ਮਨ ਵਿੱਚ ਵਿਚਾਰਿਆ ਚੁੱਕ ਕੇ ਕਿਸੇ ਨੂੰ ਦੇ ਦੇਵਾਂਗੇ। ਚੁੱਕਣ ਲੱਗੇ ਹੱਥ ਲਿਬੜ ਗਿਆ, ਕਿਸੇ ਦਾ ਪਾਨ ਖਾ ਕੇ ਥੁੱਕਿਆ ਸੀ। ਫਿਰ ਮਨ ਬੈਰਾਗੀ ਹੋਇਆ, ਨੇਤਰਾਂ ਵਿੱਚ ਜਲ ਚੱਲ ਪਿਆ। ਫਿਰ ਮੁੱਖੋਂ ਬਚਨ ਨਿਕਲੇ, ਰਤਨ ਜੜਤ ਮੰਦਰ ਤਦੇ ਅਰ ਸਖੀਅਨ ਕੇ ਸਾਥ। ਰਤਨਾਂ ਨਾਲ ਜੜੇ ਹੋਏ ਮਹੱਲ ਛੱਡ ਦਿੱਤੇ, ਸਖੀਆਂ ਦੇ ਸਾਥ ਛੱਡ ਦਿੱਤੇ। ਰੇ ਮਨ ਧੋਖੇ ਲਾਲ ਕੇ ਭੀਖ ਲਵੇਰਿਓ ਖਾਤ। ਇਹ ਮਨਾ ਅਜੇ ਵੀ ਧੋਖਾ ਦਿੱਤਾ ਮੈਨੂੰ, ਤੈਨੂੰ ਲਾਲ ਪ੍ਰਤੀਤ ਹੋਇਆ, ਹੱਥ ਲਿਬੜ ਗਿਆ। ਮਨ ਨੂੰ ਕਹਿੰਦੇ ਨੇ ਵਿਰਾਗ ਵਿੱਚ ਆ ਕੇ, ਕਿਉਂਕਿ ਐਸਾ ਮਨ। ਸਤਿਗੁਰੂ ਕਹਿਣ ਲੱਗੇ ਭਰਤਰੀ ਜੋਗੀ ਜੀ ਐਸੇ ਰਸ ਵਿੱਚ ਜੁੜੇ ਖਾਂ, ਐਸੇ ਮਸਤ ਹੋਏ ਖਾਂ ਉਸ ਪਰਮੇਸ਼ਰ ਦੀ ਬੰਦਗੀ ਨਾਮ ਦੇ ਵਿੱਚ ਤੁਸੀਂ ਵੀ ਹੋਵੋ। ਇਸ ਅੰਮ੍ਰਿਤ ਧਾਰ ਵਿੱਚ ਮਸਤ ਅਸੀਂ ਹੋਏ, ਤੁਸੀਂ ਵੀ ਹੋਵੋ। ਪਰ ਬਖਸ਼ੀਸ਼ਾਂ ਲਈਆਂ ਭਰਤਰੀ ਜੋਗੀ ਜੀ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ। ਆਸਾ ਮਹੱਲਾ ਪਹਿਲਾ, ਖੁਰਾਸਾਨ ਖਸਮਾ ਨਾ ਕੀਆ, ਹਿੰਦੋਸਤਾਨ ਡਰਾਇਆ। ਆਪੈ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕਰ ਲਾਣੈ, ਤੈਂ ਕੀ ਦਰਦ ਨਾ ਆਇਆ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਮੇਂ ਏਮਨਾਬਾਦ ਗਏ,
ਬਾਹਰ ਵਾਸ ਸਤਿਗੁਰਾਂ ਨੇ ਡੇਰਾ ਲਾਇਆ, ਬਿਰਾਜਮਾਨ ਹੋਏ। ਭਾਈ ਮਰਦਾਨਾ ਤੇ ਨਾਲ ਸਾਧੂਆਂ ਦੀ ਮੰਡਲੀ ਵੀ ਸੀ ਗੁਰਦੇਵ ਦੇ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਗਰੀਬ ਨਵਾਜ ਜੇ ਹੁਕਮ ਹੋਵੇ ਸ਼ਹਿਰ ਵਿੱਚ ਜਾਈਏ, ਬੜੀ ਭੁੱਖ ਲੱਗੀ ਹੈ, ਕੁਝ ਪਦਾਰਥ ਛਕ ਆਈਏ, ਲੈ ਵੀ ਆਈਏ। ਸਾਧੂ ਵੀ ਭੁੱਖੇ ਨੇ। ਸਤਿਗੁਰਾਂ ਨੇ ਹੁਕਮ ਦੇ ਦਿੱਤਾ, ਚਲੇ ਗਿਆ ਭਾਈ ਮਰਦਾਨਾ ਤੇ ਨਾਲ ਸਾਧੂਆਂ ਦੀ ਮੰਡਲੀ ਕੁਝ ਗਈ ਨਾਲ। ਪਠਾਨ ਉੱਥੋਂ ਦੇ ਬੜੇ ਹੰਕਾਰੀ ਸੀ, ਬੜੇ ਕਬੋਲ ਬੋਲੇ, ਅਪਮਾਨ ਕੀਤਾ ਭਾਈ ਮਰਦਾਨੇ ਦਾ ਤੇ ਸਾਧੂਆਂ ਦਾ। ਫਿਰ ਸਤਿਗੁਰੂ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਅੱਗੇ ਆਏ, ਦਸੀ ਸਾਰੀ ਵਿਥਿਆ ਭਾਈ ਲਾਲੋ ਵੀ ਆਇਆ, ਕਿ ਸਤਿਗੁਰਾਂ ਨੇ ਕਿਹਾ ਸੀ ਭਾਈ ਲਾਲੋ ਨੂੰ ਵੀ ਬੁਲਾ ਲਿਆਇਓ। ਸਤਿਗੁਰਾਂ ਨੇ ਕਈ ਸ਼ਬਦ ਉਚਾਰੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਉਸ ਦਿਨ ਤੋਂ ਫਿਰ ਤੀਜੇ ਦਿਨ ਬਾਬਰ ਆਇਆ ਸੀ ਚੜ੍ਹਾਈ ਕਰਕੇ। ਬੜੀ ਕੁੱਟਮਾਰ ਲੁੱਟ ਪੁੱਟ ਹੋਈ, ਕਿਉਂਕਿ ਸੰਤਨ ਦੁੱਖ ਪਾਏ ਤੇ ਦੁਖੀ। ਜੋ ਰੱਬ ਦੇ ਜਨਾਂ ਨੂੰ ਦੁੱਖ ਦੇਵੇ ਉਹ ਰੱਬ ਸਹਾਰਦਾ ਨਹੀਂ। ਉਹ ਮਾਲਕ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ ਹੁੰਦੇ ਨੇ, ਕਿਉਂਕਿ ਭਗਤਾਂ ਨੇ ਆਪਣਾ ਆਪ ਪਰਮੇਸ਼ਰ ਨੂੰ ਸੌਂਪਿਆ ਹੁੰਦਾ। ਤੋ ਸਤਿਗੁਰਾਂ ਨੇ ਦਸ਼ਾ ਦੇਖੀ, ਭਾਈ ਮਰਦਾਨੇ ਨੇ ਦੱਸਿਆ, ਸਤਿਗੁਰੂ ਸਾਨੂੰ ਇੰਝ ਕਿਹਾ, ਧੱਕੇ ਮਾਰੇ ਕਬੋਲ ਬੋਲੇ। ਪਾਤਸ਼ਾਹ ਨੇ ਤਤਕਾਲ ਫਿਰ ਬਾਣੀ ਉਚਾਰਨ ਕਰ ਦਿੱਤੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੈ ਦੋਸ ਨਾ ਦੇਈ, ਕਰਤਾ ਜਮ ਕਰ ਮੁਗਲ ਚੜਾਇਆ। ਖੁਰਾਸਾਨ ਕਾ ਤੋਂ ਪੱਖ ਕੀਤਾ, ਹਿੰਦੁਸਤਾਨ ਨੂੰ ਭੈ ਦਿੱਤਾ, ਕਿ ਮੁਗਲਾਂ ਦਾ ਪੱਖ ਕੀਤਾ, ਪਠਾਣਾ ਨੂੰ ਭੈ ਦਿੱਤਾ। ਅੰਤੂ ਖੇ ਕਰਤਾ ਪੁਰਖ, ਤੈਨੇ ਆਪਣੀ ਪਰ ਦੋਸ਼ ਨਹੀਂ ਲਾਇਆ। ਜਮ ਰੂਪ ਬਾਬਰ ਮੁਗਲ ਨੂੰ ਚੜਾ ਦਿੱਤਾ, ਇਤਨੀ ਮਾਰ ਪਈ ਪਠਾਨ ਰੁਦਨ ਕਰਨੇ ਲੱਗੇ, ਘਰ ਬਾਰ ਲੁੱਟੇ ਗਏ। ਫਿਰ ਸਤਿਗੁਰਾਂ ਨੇ ਇਹ ਵੀ ਬਚਨ ਕਹਿ ਦਿੱਤੇ, ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ। ਇਹ ਮੇਰੇ ਵਾਹਿਗੁਰੂ, ਤੈਨੂੰ ਦਰਦ ਨਾ ਆਇਆ, ਕਿਉਂਕਿ ਤੂੰ ਮਾਲਕ ਹੈ। ਕਿ ਸਤਿਗੁਰੂ ਬੜੇ ਦਿਆਲੂ, ਬੜੇ ਕਿਰਪਾਲੂ ਸਨ। ਦਇਆ ਦੇ ਸਮੁੰਦਰ ਫਿਰ ਇਹ ਬਚਨ ਵੀ ਕਹਿੰਦੇ ਨੇ ਪਾਤਸ਼ਾਹ, ਜੋ ਖਾਇਆ ਆਈ ਕਰਲਾਮ, ਅਹਿਮਦਾਬਾਦ ਸ਼ਹਿਰ ਲੁੱਟਿਆ ਗਿਆ। ਫਿਰ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ ਸੀ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੈ, ਤਾਂ ਮਨ ਰੂਸ ਨਾ ਹੋਈ। ਆਓ ਪਾਤਸ਼ਾਹ ਕਹਿਣ ਲੱਗੇ, ਇਹ ਕਰਤਾ ਪੁਰਖ ਮੇਰੇ ਵਾਹਿਗੁਰੂ, ਤੂੰ ਸਭਨਾ ਦਾ ਸ਼ੁੱਧ ਲੈਣ ਹਾਰਾ ਮਾਲਕ ਹੈ, ਸਭਨਾ ਦੀ ਖਬਰ ਹੈ ਤੇਰੇ ਪਾਸ। ਜੇ ਬਲਵਾਨ ਨੂੰ ਮਾਰੇ ਤਾਂ ਫਿਰ ਤੇਰੇ ਮਨ ਵਿੱਚ ਮਾਰਨੇ ਵਾਲੇ ਪਰ ਕ੍ਰੋਧ ਨਹੀਂ ਆਉਂਦਾ, ਕਿਉਂਕਿ ਬਲਵਾਨ ਸੀ, ਬਲਵਾਨ ਨਾਲ ਯੁੱਧ ਹੋਇਆ। ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨ ਰੋਸ ਨਾ ਹੋਈ, ਤਾਂ ਫਿਰ ਤੇਰੇ ਮਨ ਵਿੱਚ ਮਾਰਨੇ ਵਾਲੇ ਪਰ ਕ੍ਰੋਧ ਨਹੀਂ ਆਉਂਦਾ, ਕਿਉਂਕਿ ਬਲਵਾਨ ਸੀ, ਬਲਵਾਨ ਨਾਲ ਹੋਇਆ। ਸਕਤਾ ਸਿਓ ਮਾਰੇ, ਭੈ ਵਗੈ ਖਸਮੈ ਸਾਪੁਰ ਸਾਈ, ਰਤਨ ਵਿਗਾੜ ਬਗੋਏ ਕੁਤੀ, ਮੋਇਆ ਸਾਰ ਨਾ ਕਾਈ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ,
ਜੇ ਬਲਵਾਨ ਸ਼ੇਰ ਗਊਆਂ ਦੇ ਸਮੁਦਾਇ ਨੂੰ ਪੜ ਕੇ ਆ ਕੇ ਗਊਆਂ ਨੂੰ ਮਾਰੇ ਤੇ ਉਹ ਰੱਖਿਅਕ ਨੂੰ ਪ੍ਰਸਾਦ ਕਰਨਾ ਹੁੰਦਾ। ਫਿਰ ਪਾਤਸ਼ਾਹ ਨੇ ਇਹ ਵੀ ਬਚਨ ਕੀਤੇ, ਕਿਉਂਕਿ ਉੱਥੇ ਗਊ ਲੋਕਾਂ ਨੂੰ ਵੀ ਮਾਰਿਆ ਜਾ ਰਿਹਾ ਸੀ, ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਬੜੇ ਅਤਿਆਚਾਰ ਫਿਰ ਬਾਬਰ ਨੇ ਕੀਤੇ। ਫੌਜ ਨੂੰ ਲੁੱਟ ਸੁੱਟ ਸਭ ਮਾਫ ਕਰ ਦਿੱਤੀ ਸੀ। ਐਸਾ ਘਮਸਾਨ ਹੋਇਆ। ਫਿਰ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ। ਪਾਤਸ਼ਾਹ ਕਹਿਣ ਲੱਗੇ, ਸਕਤਾ ਸੀ ਉਹ ਮਾਰੇ ਪੈ ਵਗੈ ਖਸਮੇ ਸਾਹਪੁਰ ਸਾਈ। ਜੇ ਬਲਵਾਨ ਸ਼ੇਰ ਗਊਆਂ ਦੇ ਸਮੁਦਾਇ ਨੂੰ ਪੈ ਜਾਵੇ, ਗਊਆਂ ਨੂੰ ਮਾਰੇ, ਧਰਮਾਤਮਾ ਨੂੰ ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਨਿਰਬਲਾਂ ਨੂੰ ਬਲ ਵਾਲਾ ਮਾਰੇ, ਤੋ ਰੱਖਿਅਕ ਨੂੰ ਪ੍ਰਸਾਦਿਤ ਕਰਨਾ ਪੈਂਦਾ ਹੈ ਕਿ ਇਹਨਾਂ ਦੀ ਹੁਣ ਰੱਖਿਆ ਕਰਨੀ ਹੈ। ਭਾਵੇਂ ਕਿ ਮਰਦਾਨੇ ਯਾਦ ਸਾਧਾਂ, ਪਰ ਜੋ ਪਠਾਣਾਂ ਨੇ ਉਹ ਕੀਤਾ ਸੀ, ਧੱਕੇ ਮਾਰੇ, ਕਬੋਲ ਬੋਲੇ, ਇਸ ਦਾ ਫਲ ਤੁਝ ਦੀਨਵੰਦ ਨੇ ਦੇਣਾ ਸੀ। ਰਤਨ ਰੂਪ ਮਨੁੱਖ ਜਨਮ ਨੂੰ ਵਿਸ਼ਿਆਂ ਵਿੱਚ ਵਿਗਾੜ ਕੇ ਖਰਾਬ ਹੋਏ। ਇਹ ਕੁੱਤੀ ਜਾਤ ਪਠਾਨ, ਇਹਨਾਂ ਦੀ ਮਰਨੇ ਦੀ ਸ਼ੁੱਧ ਨਹੀਂ ਕੋਈ ਮਿਲਦੀ, ਕਿ ਕਿਤਨੇ ਮਰੇ ਨੇ। ਆਪ ਹੀ ਤੂੰ ਸੰਜੋਗ ਕਰਦਾ ਹੈ, ਆਪ ਹੀ ਤੂੰ ਵਿਜੋਗ ਕਰਦਾ ਹੈ। ਇਹ ਤੇਰੀ ਵਡਿਆਈ ਦੇਖ ਰਹੇ ਹਾਂ ਪਾਤਸ਼ਾਹ। ਜੇ ਕੋ ਨਾਉ ਤਰਾਏ ਵੱਡਾ, ਸਾਧ ਕਰੇ ਮਨ ਪਾਣੇ। ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਜੇ ਕੋਈ ਆਪਣਾ ਨਾਉ ਵੱਡਾ ਧਰਾ ਲਵੇ, ਮਨ ਭਾਵ ਸਵਾਦ, ਭਾਵ ਸਵਾਦ ਵਾਲੇ ਪਦਾਰਥ ਖਾਣੇ ਵੀ ਕਰਦਾ ਹੈ, 36 ਪ੍ਰਕਾਰ ਦੇ ਭੋਜਨ ਰਸ ਛਕਦਾ ਹੈ। ਕਿ ਮੇਰੇ ਪ੍ਰਭੂ, ਤੇਰੀ ਦ੍ਰਿਸ਼ਟੀ ਵਿੱਚੋਂ ਕੀੜਾ ਆਮ ਮਲੂਮ ਹੁੰਦਾ ਵੇ, ਕੀੜਾ ਹੈ, ਕਿਉਂਕਿ ਤੂੰ ਜਾਣਦਾ ਜਿਤਨੇ ਭੋਗ ਭੋਗਦਾ ਤਿੰਨੇ ਹੀ ਦਾਣੇ ਚੁਗਦਾ ਹੈ। ਤੂੰ ਜਾਣਦਾ ਹੈ। ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਤਾਂ ਗਿਣਤੀ ਮਿਣਤੀ ਦੇ ਨੇ, ਨਹੀਂ ਦਾਣੇ ਚੁਗਦਾ ਹੈ। ਜੀਵ ਔਰ ਭੋਗ ਤੁਛ ਨੇ, ਜਿਤਨੇ ਦਾਣੇ ਚੁਗਦਾ ਤਿਤਨੇ ਹੀ ਆਪਦੀ ਨਿਗਾਹ ਵਿੱਚ ਉਹ ਜੰਤ ਪਾਪ ਕਰ ਰਿਹਾ ਹੈ। ਉਹ ਪਾਪ ਕਰ ਰਿਹਾ ਹੈ, ਉਹਦੀ ਸਜ਼ਾ ਉਸ ਨੂੰ ਭੁਗਤਣੀ ਪਵੇਗੀ। ਪਾਤਸ਼ਾਹ ਕਹਿਣ ਲੱਗੇ, ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਮਰਨ ਧਰਮ ਸੰਸਾਰ ਦੀ ਔਸੀ, ਮਰ ਕਰ ਜਬ ਜਿਉਂਦਾ ਹੋਵੇ। ਨਾਮ ਸਿਮਰਨ ਕਰੀ ਪਰਮੇਸ਼ਰ ਦਾ, ਹੀ ਅਕਾਲ ਪੁਰਖ, ਤਬ ਉਹ ਕੁਛ ਆਪ ਦੀ ਰਸ ਨੂੰ ਪਾਉਂਦਾ ਹੈ। ਤੇਰੇ ਦਰ ਤੋਂ ਉਹ ਬਖਸ਼ੀਸ਼ਾਂ ਲੈਂਦਾ, ਝੋਲੀਆਂ ਭਰ ਲੈਂਦਾ ਹੈ। ਰਾਗ ਆਸਾ ਮਹੱਲਾ ਤੀਜਾ, ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਦਰਸ਼ਨ ਪਾਵੈ ਬੜ ਭਾਗ। ਗੁਰ ਕੈ ਸ਼ਬਦ ਸਚੈ ਬੈਰਾਗ, ਖਟ ਦਰਸ਼ਨ ਵਰਤੈ ਵਰਤਾਰਾ। ਗੁਰ ਕਾ ਦਰਸ਼ਨ ਅਗਮ ਅਪਾਰਾ। ਗੁਰੂ ਦੇ ਸ਼ਬਦ ਕਰਕੇ ਜੋ ਸੱਚੇ ਵਿਰਾਗ ਨੂੰ ਪ੍ਰਾਪਤ ਹੋਏ ਨੇ, ਸੋ ਬੜ ਭਾਗੀ ਹਰ ਦਰਸ਼ਨ ਪਾਉਂਦੇ ਨੇ। ਸਤਿਗੁਰੂ ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਨੇ। ਗੁਰੂ ਅਮਰਦਾਸ ਮਹਾਰਾਜ ਗੁਰੂ ਜੀ ਦਾ ਮਹੱਤਵ ਕਥਨ ਕਰਦੇ ਨੇ। ਕੈਸਾ ਮਹੱਤਵ। ਸੋ ਬੜ ਭਾਗੀ ਹਰੀ ਦਰਸ਼ਨ ਪਾਉਂਦਾ ਹੈ। ਇਹ ਖਟ ਦਰਸ਼ਨ ਜੋਗੀ ਆਦਿਕ ਰੂਪ ਜੋ ਵਰਤਾਤਾ ਵਰਤਾਰਾ ਵਰਤ ਰਿਹਾ ਹੈ, ਇਸ ਵਿੱਚ ਅਗਮ ਅਪਾਰ ਅਚਰਜ ਗੁਰੂ ਦਾ ਦਰਸ਼ਨ ਹੈ। ਭਾਵੇਂ ਕਿ ਸਭ ਭੇਖਾਂ ਨੇ ਗੁਰੂ ਨੂੰ ਈਸ਼ਵਰ ਮੰਨਿਆ ਹੈ, ਸਭ ਭੇਖਾਂ ਨੇ,
कि गुर परमेश्वर एको जान, एक करके जानी दो ना जानी। गुर कै दर्शन मुक्त गत होए, साचा आप वसै मन सोए। आओ आओ, गुरु के दर्शन से मुक्ति की प्राप्ति हो जाती है। सच्चा अकाल पुरख अंत छकंड विच वसदा है। गुरु दियां वड्डियां बख्शीशां ने। मन खोलदा होर हो जाता है, गुरु के दर्शन करिया। दर्शन देखते ही सुध की ना सुध रही, बुद्ध की ना बुद्ध रही, मत में ना मत, वो मत नहीं रहिंदी। क्योंकि समर्थ गुरु की शरण में गया, बख्शीशां मिल गई। गुर दर्शन उधरै संसारा, जे को लाए भाव प्यारा। भाव प्यारा लाए विरला कोय, गुर कै दर्शन सदा सुख होए। जे कोई प्यारा पुरुष गुरु के दर्शन विच प्रेम करता है, प्यार है, नेहो है, सो गुरु के दर्शन करके संसार तो वो भाई तर जाता है। ये माई सरखाना सी, घरों प्रशादा बनाया, चूरी कुटी, एक खद्दर का खेस भी बुनिया सी, बड़ी श्रद्धा दे नाल कि सतवें गुरु नानक गुरु हरराय महाराज जी नूं भेटा करना है। बड़े बड़े राजे महाराजे सतगुरां दे चरणों में दक्षिणा भेटा कर रखे। माई विचारी खलोती है, दूर चलेगी कि मैनू किसी ने मिलन नहीं देना, मैं गरीबड़ी खा तुछ भेटा है मेरी। कोई दूरी ते जाके एक कंध दे नाल खलो गई, नेत्र मुंद लए, फिर याद करती है सतवें गुरु नानक गुरु हरराय महाराज जी नूं। सतगुरु पातशाह ने हुक्म दिता, ਸਿੰਘਾਂ ਨੂੰ साडा घोड़ा लियावो। घोड़ा आ गया, तत्काल सतगुरु उठे दीवान चों, बड़ियां संगतां बैठियां ने, घोड़े ते सवार होए चल पए। माता दे नेत्र मुंदे होए ने। माता नूं आखिया, माता सानू बड़ी भुख लगी है, लिया जो तू चूरी लियाई है। वो प्रशादा छकिया सतगुरां ने चूरी, और पातशाह ने वो खेस भी आप मंगया, और बड़ियां बख्शीशां माई सरखाना ते कीतियां। जो पिंड का नाम सरखाना है, उस माई के नाम ते, जिन्होंने दर्शन की अभिलाखा, दर्शन की इच्छा, फिर समर्थ गुरु कैसा है, गुरु आप चल के जाता है। जे कोई प्यारा पुरुष गुरु के दर्शन में प्रेम करता, सो गुरु के दर्शन करके संसार तो तर जाता है। तो कोई विरला ही प्यारा भाव लाउंदा है, जो लाउंदा उसनूं गुरु दर्शन ते आत्मानंद मिलता है। गुर कै दर्शन मोख द्वार, सतगुर सेवै परवार सदार। निगुरे को गत काई नाही, अवगण मुठे चोटा खाही। गुरु के दर्शन दीदार करके मुक्त द्वारा ज्ञान मिलता है। ज्ञान अंजन गुर दिया, ज्ञान अंधेर बनास, अंधेरे ते अज्ञान का विनाश हो जाता, गुरु तो ज्ञान मिलता है। पातशाह के बचन ने, क्योंकि गुरु अमरदास महाराज तीजे गुरु नानक, जिन्हों ने आप गुरु धारण किया, आप गुरु वाले बने। गुरु अंगद देव महाराज जी दे आप चरण परसे, सेवा की, टहल कमाई, तीजे गुरु नानक बन गए। पातशाह गुरदेव आप बचन कहते ने, गुर बिन घोर अंधार, गुरु बिन समझ न आवै,
ਗੁਰ ਬਿਨ ਸੁਲਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾ ਭਾਈ ਮੁਕਤੀ ਨਹੀਂ ਮਿਲਣੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨੇ ਗੁਰੇ ਕਾਹੈ ਨਾਉ ਬੁਰਾ, ਨੀ ਗੁਰੇ ਪੁੱਛਦਾ ਤਾਂ ਨਾ ਲੈਣਾ ਮਾੜਾ। ਸਤਿਗੁਰੂ ਦੀ ਸੇਵਾ ਕਰਕੇ ਸਾਰੇ ਪਰਿਵਾਰ ਦਾ ਉਧਾਰ ਹੋ ਜਾਂਦਾ ਹੈ। ਗੁਰੂ ਦੇ ਦਰਸ਼ਨ ਤੇ ਮੁਕਤੀ ਦਾ ਦੁਆਰਾ ਗਿਆਨ ਮਿਲਦਾ ਹੈ। ਜੋ ਨਿਗੁਰਾ ਪੁਰਸ਼ ਤੇ ਦੀ ਕਹੀ ਗਤੀ ਹੁੰਦੀ ਹੀ ਨਹੀਂ। ਨਿਗੁਰੇ ਕੀ ਗਤ ਨਾਹੀ। ਉਹ ਔਗਣਾਂ ਦਾ ਠੱਗਿਆ ਹੋਇਆ ਨਿਗੁਰਾ ਚੋਟਾਂ ਖਾਂਦਾ ਫਿਰਦਾ ਹੈ। ਜਿੱਥੇ ਜਾਂਦਾ ਉੱਥੇ ਹੀ ਤਿਸਾਂ ਉਸ ਨੂੰ ਜੰਮ ਮਾਰਦਾ ਹੈ। ਸਜ਼ਾਵਾਂ ਮਿਲਦੀਆਂ ਨੇ। ਗੁਰ ਕੈ ਸ਼ਬਦ ਸੁਖ ਸਾਂਤ ਸਰੀਰ, ਗੁਰਮੁਖ ਤਾਂ ਕੋ ਲੱਗੈ ਨਾ ਪੀਰ। ਜਮ ਕਾਲ ਤਿਸ ਨੇੜ ਨਾ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਪਾਤਸ਼ਾਹ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਗੁਰ ਕੈ ਸ਼ਬਦ ਸੁਖ ਸਾਂਤ ਸਰੀਰ, ਗੁਰਮੁਖ ਤਾਂ ਕੋ ਲੱਗੈ ਨਾ ਪੀਰ। ਜਮ ਕਾਲ ਤਿਸ ਨੇੜ ਨਾ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਗੁਰੂ ਦੇ ਸ਼ਬਦ ਸੇ ਸਰੀਰ ਨੂੰ ਸੁਖ ਤੇ ਸ਼ਾਂਤੀ ਰਹਿੰਦੀ ਹੈ। ਜੋ ਗੁਰਮੁਖ ਨੇ ਤਿਨਾਂ ਨੂੰ ਦੁੱਖ ਨਹੀਂ ਲੱਗਦੇ, ਉਹਨਾਂ ਦੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ। ਕਿਉਂਕਿ ਗੁਰੂ ਨੂੰ ਜਪਣ ਵਾਲੇ, ਗੁਰੂ ਵਾਲੇ ਗੁਰ ਸ਼ਬਦੀ ਗੁਰਮਤੀਏ, ਗੁਰੂ ਨਾਨਕ ਦੇ ਘਰੋਂ ਬਖਸ਼ੀਸ਼ਾਂ ਲੈਂਦੇ ਨੇ। ਜਨਮ ਤੇ ਮਰਨ ਦਾ ਦੁੱਖ ਤਿਨਾਂ ਦੇ ਨਿਕਟ ਨਹੀਂ ਆਉਂਦਾ। ਗੁਰਮੁਖ ਸੱਚੇ ਪ੍ਰਮਾਤਮਾ ਵਿੱਚ ਉਹ ਸਮਾ ਜਾਂਦੇ ਨੇ, ਇੱਕ ਰੂਪ ਵਧਾਤਾ ਨਾਲ ਹੋ ਜਾਂਦੇ ਨੇ। ਗੁਰਮੁਖ ਬਣੀਏ, ਗੁਰੂ ਨੂੰ ਮੁੱਖ ਰੱਖੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਸਿੱਖੀ ਸਿੱਖਿਆ ਗੁਰ ਵਿਚਾਰ, ਵਿਚਾਰੀ ਬਣੀਏ, ਵਿਚਾਰ ਕਰੀਏ ਸਤ ਹੀ ਸਤ ਦਾ। ਗੁਰ ਸ਼ਬਦੀ ਗੁਰਮਤੀਏ ਬਣੀਏ, ਸਤ ਗੁਰੂ ਦੇ ਉਪਦੇਸ਼ ਤੇ ਚਲੀਏ। ਠੰਡੇ ਵਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ, ਸਤ ਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ।